ਪੰਜਾਬੀ ਏਕਤਾ ਨਾਲ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 28 ਜੁਲਾਈ ਨੂੰ ਮੰਤਰੀ ਮੰਡਲ ਦੀ ਬੈਠਕ ਬੁਲਾਈ ਗਈ ਹੈ। ਪੰਜਾਬ ਕੈਬਨਿਟ ਦੀ ਬੈਠਕ ਵੀਰਵਾਰ ਨੂੰ ਸਵੇਰੇ 11 ਵਜੇ ਕਮੇਟੀ ਕਮਰਾ ਦੂਜੀ ਮੰਜ਼ਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ 1 ਵਿਖੇ ਹੋਵੇਗੀ ਤੇ ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਕਿਆਸ ਲਗਾਏ ਜਾ ਰਹੇ ਹਨ ਕਿ 28 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦਾ ਵਿਸਤਾਰ ਵੀ ਕੀਤਾ ਜਾ ਚੁੱਕਾ ਹੈ ਤੇ ਹਰੇਕ ਮੰਤਰੀ ਵੱਲੋਂ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੂਬੇ ਵਿੱਚ ਨਿਵੇਸ਼ਕਾਂ ਨੂੰ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਾਰਦਰਸ਼ੀ ਅਤੇ ਉਦਾਰਵਾਦੀ ਨੀਤੀ ਅਪਣਾਈ ਜਾਵੇ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਇਨਵੈਸਟ ਪੰਜਾਬ ਦੇ ਅਧਿਕਾਰੀਆਂ ਨਾਲ ਇਸ ਸੰਬੰਧੀ ਮੀਟਿੰਗ ਕਰਕੇ ਮੁੱਖ ਮੰਤਰੀ ਵੱਲੋਂ ਜਾਰੀ ਹਦਾਇਤਾਂ ਨੂੰ ਬਿਨਾਂ ਕਿਸੇ ਦੇਰੀ ਦੇ ਅਮਲ ਵਿੱਚ ਲਿਆਉਣ ਲਈ ਨਿਰਦੇਸ਼ ਦਿੱਤੇ ਹਨ ਤਾਂ ਕਿ ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਆ ਸਕੇ ਅਤੇ ਪੰਜਾਬ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ। ਅਨਮੋਲ ਗਗਨ ਮਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਨਿਵੇਸ਼ਕਾਂ ਨੂੰ ਬਿਨਾਂ ਕਿਸੇ ਦੇਰੀ ਅਤੇ ਬਿਨਾਂ ਕਿਸੇ ਖੱਜਲ ਖੁਆਰੀ ਦੇ ਸਾਰੀਆਂ ਪ੍ਰਵਾਨਗੀਆਂ ਯਕੀਨੀਆਂ ਬਣਾਈਆਂ ਜਾਣ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਨਅਤੀ ਵਿਕਾਸ 'ਚ ਪੰਜਾਬ ਨੂੰ ਮੋਹਰੀ ਸੂਬੇ ਵਜੋਂ ਉਭਰਨ ਲਈ ਵਚਨਬੱਧ ਹੈ। ਕੇਂਦਰ ਸਰਕਾਰ ਦੇ ਪ੍ਰੋਜੈਕਟ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਵਿੱਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਵੱਡੀ ਧਾਂਦਲੀ ਹੋਈ ਹੈ। ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਮਿਲਣ ਤੇ 24 ਘੰਟਿਆਂ ਵਿਚਾਲੇ ਕਾਰਵਾਈ ਅਮਲ ਵਿੱਚ ਲਿਆਉਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਇਸ ਦੌਰਾਨ ਉਹਨਾਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੁੱਧਨ ਨੂੰ 2 ਹਫ਼ਤਿਆਂ ਵਿੱਚ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੁਝ ਕਿਸਾਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਖੇਤੀਯੋਗ ਜ਼ਮੀਨ ਦੇ ਕਈ ਗੁਣਾ ਵੱਧ ਪੈਸੇ ਵਸੂਲੇ ਜਾ ਰਹੇ ਸਨ। ਡੀਸੀ ਅੰਮ੍ਰਿਤਸਰ ਨੇ ਕਿਹਾ ਕਿ ਜਾਂਚ ਤੋਂ ਬਾਅਦ ਵੱਧ ਗਏ ਪੈਸਿਆਂ ਦੀ ਰਿਕਵਰੀ ਹੋਵੇਗੀ, ਕੋਈ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ। ਸੋਸ਼ਲ ਮੀਡੀਆ ਤੇ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਸਾਫ਼ ਆਖਿਆ ਹੈ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਦਰਅਸਲ ਪਿੰਡ ਜਵਾਹਰ ਕੇ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਵਿਸ਼ਵਾਸ ਨਾ ਕਰਿਓ ਕਿਉਂਕਿ ਉਹਨਾਂ ਦਾ ਪਰਿਵਾਰ ਕਦੇ ਵੀ ਆਪਣੀ ਹਵੇਲੀ ਛੱਡ ਕੇ ਬਾਹਰ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਗੈਂਗਸਟਰ ਜਾਂ ਕਿਸੇ ਹੋਰ ਵਿਅਕਤੀ ਦੀ ਧਮਕੀ ਤੋਂ ਡਰੇਗਾ। ਉਹਨਾਂ ਨੇ ਕਿਹਾ ਕਿ ਅੱਜ ਸੋਸ਼ਲ ਮੀਡੀਆ ਤਰ੍ਹਾਂ ਦੀਆਂ ਗਲਤ ਅਫਵਾਹਾਂ ਫੈਲਾ ਰਿਹਾ ਹੈ, ਪਰ ਸੋਸ਼ਲ ਮੀਡੀਆ ਉਹਨਾਂ ਦੇ ਪਰਿਵਾਰਾਂ ਬਾਰੇ ਗਲਤ ਅਫਵਾਹ ਫੈਲਾਉਣ ਤੋਂ ਬਾਜ਼ ਨਹੀਂ ਆਇਆ ਤਾਂ ਉਹਨਾਂ ਨੂੰ ਕੋਈ ਸਖਤ ਕਦਮ ਚੁੱਕਣਾ ਪਵੇਗਾ। ਔਰ ਸਾਨੂੰ ਪਹਿਲੀ ਪ੍ਰਾਪਤੀ ਜਿਹੜੀ ਹੈ ਉਹ ਹੋਈ ਹੈ ਕਿ ਅਸੀਂ ਇਸ ਸਿਸਵਾ ਦੇ ਵਿੱਚ ਬਿਲਕੁਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਫਾਰਮ ਹਾਊਸ ਦੇ ਨਾਲ ਉਹਨਾਂ ਦੇ ਲਾਗੇ ਇਹ 125 ਏਕੜ ਜ਼ਮੀਨ ਜਿਹੜੀ ਉਹ ਅਸੀਂ ਚੜਾਈ ਹੈ। ਉਹਦੇ ਦਾ ਅੱਜ ਅਸੀਂ ਆਪਣੇ ਰਿਕਾਰਡ ਦੇ ਵਿੱਚ ਤੇ ਮਾਲ ਮਹਿਕਮੇ ਦੇ ਰਿਕਾਰਡ ਦੇ ਵਿੱਚ ਜਿਹੜਾ ਉਹ ਇਹਨੂੰ ਦਰਜ ਕਰਨਾ। ਸਾਡੇ ਡਿਪਾਰਟਮੈਂਟ ਦੀ, ਸਾਡੇ ਏਡੀਸੀ ਸਾਹਿਬ ਦੀ, ਡੀਡੀਪੀਓ ਸਾਹਿਬ ਦੀ, ਸਾਡੀ ਨੌਜਵਾਨ, ਸਾਡੀ ਛੋਟੀ ਭੈਣ, ਸਾਡੀ ਬੀਡੀਪੀਓ, ਇਹਨਾਂ ਦੀ ਟੀਮ ਵੱਲੋਂ, ਤਹਿਸੀਲਦਾਰ ਸਾਹਿਬ ਵੱਲੋਂ, ਡੀਸੀ ਮਹਾਲੀ ਤਲਵਾਰ ਸਾਹਿਬ ਜੀ ਦੇ ਵੱਲੋਂ, ਇਹਨਾਂ ਦੀ ਹਿੰਮਤ ਦੇ ਨਾਲ ਇਹ ਸਾਡਾ ਸਾਰਾ ਜਿਹੜਾ ਪਹਿਲਾ ਚੰਡੀਗੜ੍ਹ ਦੇ ਨੇੜੇ ਜਿਹੜਾ ਇਹ ਪਹਿਲਾ ਸਾਡਾ ਕਬਜ਼ਾ, ਔਰ ਅਸੀਂ ਇਹ ਕਬਜ਼ਾ ਕਰਨ ਦੇ ਵਿੱਚ ਬਹੁਤ ਚੰਗੇ ਢੰਗ ਦੇ ਨਾਲ, ਕੋਈ ਸਾਨੂੰ ਕਿਤੇ ਕੋਈ ਤਾਕਤ ਦੀ ਵਰਤੋਂ ਨਹੀਂ ਕਰਨੀ ਪਈ। ਥੋੜਾ ਇਹਦੀ ਕਾਨੂੰਨੀ ਪ੍ਰਕਿਰਿਆ ਸੀ ਉਹ ਹੀ ਪੂਰੀ ਕਰਕੇ ਜਿਹੜਾ ਉਹ ਕਬਜ਼ੇ 'ਚ ਕੀਤਾ। ਉਹਦੇ ਤੇ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਪੰਜਾਬ ਦੀ, ਉਹ 75 ਜਿਹੜੇ ਮੁਹੱਲਾ ਕਲੀਨਿਕ ਹੈ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਜਿਹੜੇ ਪੰਜਾਬ ਦੇ ਲੋਕਾਂ ਨੂੰ ਦੇਣ ਜਾ ਰਹੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਵਿਰੋਧੀ ਪਾਰਟੀਆਂ ਵੱਲੋਂ ਬੜੇ ਹਲਕੀ ਕਿਸਮ ਦੀ ਰਾਜਨੀਤੀ ਹੋ ਰਹੀ ਹੈ। ਰੋਜ਼ ਬਿਆਨਬਾਜ਼ੀ ਆ ਰਹੀ ਹੈ ਕਿ ਜੀ ਇਹਨਾਂ ਨੇ ਤਾਂ ਜਿਹੜੇ ਪੁਰਾਣੇ ਸੁਵਿਧਾ ਕੇਂਦਰ ਪਏ ਸੀਗੇ ਉਹਨਾਂ ਵਿੱਚ ਜਿਹੜਾ ਇਹ ਮੁਹੱਲਾ ਕਲੀਨਿਕਾਂ ਖੋਲ੍ਹ ਰਹੇ ਆ। ਸੋ ਮੈਂ ਪੰਜਾਬ ਦੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਵੀ ਕੋਈ ਵੀ ਜਿਹੜਾ ਸੁਵਿਧਾ ਕੇਂਦਰ ਜਿਹੜਾ ਚੱਲ ਰਿਹਾ ਕਿਸੇ ਨੂੰ ਜਿਹੜਾ ਬੰਦ ਨਹੀਂ ਕੀਤਾ ਗਿਆ। ਕਾਰਨ ਜਿਹੜੇ ਸੁਵਿਧਾ ਕੇਂਦਰ ਬਣਾ ਦਿੱਤੇ ਗਏ ਜੋ ਪਿਛਲੇ 6-7 ਸਾਲ ਤੋਂ ਲਗਾਤਾਰ ਬੰਦ ਪਏ ਸੀ ਤੇ ਲੋਕਾਂ ਦੀਆਂ ਜਿਹੜੇ ਟੈਕਸ ਦਾ ਪੈਸਾ ਸੀ ਉਹਦੀ ਵੇਸਟੇਜ ਹੋ ਰਹੀ ਸੀ। ਆ ਤੁਸੀਂ ਬੜੀ ਜਗ੍ਹਾ ਤੇ ਤੁਹਾਡੇ ਪਿੰਡਾਂ 'ਚ ਬਣੇ ਹੋਣਗੇ, ਆ ਦੇਖੋ ਉਹ ਖੰਡਰ ਬਣਦੇ ਜਾਂਦੇ ਸੀ, ਜਿਹੜੀਆਂ ਬਿਲਡਿੰਗਾਂ ਸੀ, ਏਸੀ ਲੱਗੇ ਸੀ ਉਹਨਾਂ 'ਚ, ਆ ਜਿਹੜਾ ਫਰਨੀਚਰ ਹੈ ਇਹ ਲੱਗਿਆ ਸੀਗਾ ਤੇ ਤਕਰੀਬਨ 25 ਲੱਖ ਰੁਪਇਆ ਹਰ ਇੱਕ ਜਿਹੜਾ ਸੁਵਿਧਾ ਕੇਂਦਰ ਤੇ ਉਹ ਲੱਗਿਆ ਸੀ। ਹੁਣ ਤੁਸੀਂ ਦੇਖੋ ਜੇ ਅਸੀਂ ਕਿਹਾ ਸੀ ਵੀ ਭਾਈ ਅਸੀਂ ਮੁਹੱਲਾ ਕਲੀਨਿਕ ਬਣਾਉਣੇ ਆ,
ਜੇ ਅਸੀਂ ਆ ਜਿਹੜੀਆਂ ਲੋਕਾਂ ਦੇ ਪੈਸੇ ਨਾਲ ਬਣੀਆਂ ਬਿਲਡਿੰਗਾਂ ਖੰਡਰ ਹੋ ਰਹੀਆਂ ਨੇ, ਜੇ ਇਹਨਾਂ ਨੂੰ ਹੀ ਅਸੀਂ ਵਰਤ ਲਿਆ ਦੁਬਾਰਾ, ਇਹਦੇ 'ਚ ਕੀ ਗਲਤੀ ਕਰਤੀ ਪਈ, ਕੀ ਨੁਕਸਾਨ ਕਰਤਾ ਲੋਕਾਂ ਦਾ? ਹਾਂ, ਜੇ ਤਾਂ ਅਸੀਂ ਇਹਨਾਂ ਦੇ ਮੰਤਰੀਆਂ ਵਰਗੇ ਹੁੰਦੇ, ਕਹਿੰਦੇ ਵੀ ਨਾ ਪੁਰਾਣੀ ਬਿਲਡਿੰਗ ਨਹੀਂ ਨਵੀਆਂ ਬਿਲਡਿੰਗਾਂ ਬਣਾਵਾਂਗੇ ਸਾਰੀਆਂ, ਤੇ ਨਵੀਆਂ ਕੋਈ ਅਸੀਂ ਕੋਈ ਜੇਬ ਚੋਂ ਬਣਾਉਣੀਆਂ ਸੀ, ਜਾਂ ਜਿਹੜੇ ਆਹ ਪਹਿਲਾਂ ਜਿਹੜੇ ਕੋਈ ਬਾਦਲ ਵਰਗੇ ਜਿਨ੍ਹਾਂ ਨੇ ਇਹ ਸੁਵਿਧਾ ਕੇਂਦਰ ਬਣਾਏ ਸੀ ਉਹਨਾਂ ਨੇ ਕਿਹੜਾ ਜੇਬ ਤੋਂ ਬਣਾਏ ਸੀ? ਪਹਿਲਾਂ ਲੋਕਾਂ ਦੇ ਸੀ ਨਾ। ਜੇ ਅਸੀਂ ਨਵੀਆਂ ਬਣਾਉਣ ਲੱਗ ਜਾਂਦੇ, ਅਸੀਂ ਵੀ ਲੋਕਾਂ ਦੇ ਪੈਸੇ ਨਾਲ ਬਣਾਉਣੀਆਂ ਸੀ, ਕਿਉਂਕਿ ਸਾਡੀ ਨੀਅਤ 'ਚ ਖੋਟ ਨਹੀਂ, ਸਾਨੂੰ ਕੋਈ ਲਾਲਚ ਨਹੀਂ ਭਾਈ ਅਸੀਂ ਨਵੀਆਂ ਬਿਲਡਿੰਗਾਂ 'ਚੋਂ ਕਮਿਸ਼ਨ ਲਵਾਂਗੇ। ਇਸੇ ਕਰਕੇ ਅਸੀਂ ਜਿਹੜੀਆਂ ਖੰਡਰ ਹੋ ਚੁੱਕੀਆਂ ਬਿਲਡਿੰਗਾਂ ਨੇ, ਇਹਨਾਂ ਨੂੰ ਵਰਤ ਕੇ ਲੋਕਾਂ ਦੀ ਸਹੂਲਤ ਲਈ ਜਿਹੜਾ ਅਸੀਂ ਇਹ ਬਿਲਡਿੰਗਾਂ ਜਿਹੜੀਆਂ ਉਹ ਵਰਤ ਰਹੇ ਹਾਂ। तो दोबारा पंजाब, दोबारा रंगला पंजाब देखने में अपना हिस्सा, अपना योगदान जो है वो देना चाहता हूं। तो ऐसे धीरे धीरे हमारा संगठन बना, फिर जिला प्रधान बने, ब्लॉक प्रधान बने, सर्कल प्रधान बने, गांव का प्रधान बना, वार्ड का प्रधान बना, फिर बूथ पर 2-2, 3-3, 4-4, 5-5 लड़कों ने जिम्मेदारी संभाली, खासतौर पे यूथ ने। तो आज उसी संगठन की वजह से आप देख रहे हो कि सिर्फ 8 साल में 14 में जिस पार्टी का एक भी वॉलंटियर किसी गांव में नहीं था, 2022 में उस पार्टी की 92 विधायकों के साथ 117 में से आज सरकार है। इसीलिए कार्यकर्ता को रीढ़ की हड्डी बोला जाता है, कार्यकर्ता रीढ़ है। तो आज सभी कार्यकर्ता आए हैं, आप लोगों का योगदान इतिहास में लिखा जाएगा, सुनहरी अक्षरों में लिखा जाएगा कि आप लोगों ने हिमाचल के आने वाले चुनाव में जब आप मेहनत करोगे, जब आप जाओगे, कुछ दुश्वारियां भी आएंगी, मुश्किलें आएंगी, क्योंकि जो भी आदमी सिस्टम के खिलाफ बोलता है, या सिस्टम को अच्छा करने की, या सिस्टम को सुधारने की बात करता है, ये नेचुरल है, ये पक्की बात है कि जो उस सिस्टम से फायदा लेते हैं, जो उस सिस्टम के बेनिफिशियरी हैं, वो बाउंस बैक करते हैं। हमारे पंजाब में भी हुआ, किसी पे पर्चा कर दिया, किसी को बोल दिया तुमने आज जाना नहीं है, कहीं रैली करनी, बसें नहीं जाने देनी, ऐसा हुआ। लेकिन दरिया जो हैं वो अपना रास्ता खुद बनाते हैं, दरिया को रोका नहीं जा सकता। सो आप दरिया के रूप में आज आम आदमी पार्टी के समंदर में आ रहे हो, आप सबका स्वागत है, वेलकम है। और मेरे लिए हिमाचल जो है वो दूसरे घर की तरह है, क्योंकि मैं जब मैं कलाकार के तौर पे काम करता था, बहुत से शो, बहुत बार हिमाचल में बिलासपुर, मंडी, कुल्लू, शिमला, रिकांगपियो बहुत बार हमने परफॉर्म किया। और कई बार मैं पूछता था हिंदी में बोलूं या पंजाबी में, तो ज़्यादातर लोग कहते थे पंजाबी पंजाबी। सो हमारा रिश्ता छोटे बड़े भाई का है हिमाचल के साथ। और आज एक ओथ, एक प्रण लेना है कि हमने देश के लिए काम करना है। हिमाचल और पंजाब की एक सिमिलरिटी है, एक समानता है। हिमाचल और पंजाब के बहुत बड़ी संख्या में नौजवान जो हैं वो फौज में हैं, वो अफसर हैं फौज में, वो बॉर्डरों पर हमारे देश की जो आज़ादी, जो भगत सिंह, राजगुरु सुखदेव, जो लाला लाजपत राय, मदन लाल ढींगरा, जो करतार सिंह सराभा ने लेके दी थी, उसकी रक्षा करते हैं। तो इसलिए हम लोग देशभक्त लोग हैं। हम अपने देश को आगे लेके जाने के लिए कोई भी प्रण कर सकते हैं। दिल्ली के बाद पंजाब, पंजाब के बाद अब हिमाचल, और मौसम थोड़ा ठीक हो जाए तो आपसे मिलना जुलना आसान भी हो जाएगा और मिलना जुलना ज़्यादा भी हो जाएगा। तो जितने भी इस वक्त कार्यकर्ता सुन रहे हैं स्क्रीन पर, हम लोग आम लोग हैं, हम लोग किसी पॉलिटिकल फैमिली से हम नहीं आए, किसी का बाप मंत्री नहीं था, किसी का ताया
राज्यपाल नहीं था, किसी का चाचा किसी पार्टी में कोई बड़े पद पर नहीं था। हम आम लोग हैं, कोई वकील है, कोई कलाकार है, कोई पत्रकार है, कोई डॉक्टर है। अरविंद जी IRS ऑफिसर थे, इनकम टैक्स कमिश्नर थे। इनकम टैक्स के ऑफिस में कहा जाता है कि कर्मचारी भी अगर चाहें, सभी एक जैसे नहीं होते। नहीं मैं ਸਾਡੇ ਕੋਲ ਜਿਹੜਾ ਇਹ ਐਕਸਪ੍ਰੈਸਵੇ ਬਣ ਰਿਹਾ ਇਹਦੀਆਂ ਕਾਫੀ ਸ਼ਿਕਾਇਤਾਂ ਆਈਆਂ ਸੀਗੀਆਂ। ਕੱਲ ਹੀ ਮੇਰੇ ਕੋਲ ਕੋਈ ਕਿਸਾਨ ਵੀਰ ਗਏ ਸੀਗੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਕੁਝ ਲੋਕ ਗਲਤ ਪੈਸੇ ਲੈ ਰਹੇ ਤੇ ਅੱਜ ਹੀ ਮੈਂ ਮਤਲਬ 24 ਘੰਟਿਆਂ 'ਚ ਡੀ ਸਾਹਿਬ ਨੂੰ ਨਾਲ ਲੈ ਕੇ ਆਇਆ ਮੌਕੇ ਤੇ। ਇਹਦੀ ਇਨਕੁਆਇਰੀ ਚੱਲ ਰਹੀ ਹੈ ਔਰ ਅਸੀਂ 2 ਹਫ਼ਤਿਆਂ ਦੇ ਵਿੱਚ ਮੈਂ DC ਸਾਹਿਬ ਨੂੰ ਕਿਹਾ ਕਿ ਇਹਦੀ ਇਨਕੁਆਇਰੀ ਕੰਪਲੀਟ ਕਰਕੇ ਇਨਕੁਆਇਰੀ ਜਨਤਕ ਕੀਤੀ ਜਾਵੇ ਤੇ ਜਿਹੜੇ ਬੰਦੇ ਕਸੂਰਵਾਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ। ਧਰਮਾ ਸਾਹਿਬ ਕਿੰਨਾ ਦੇ ਵੱਲੋਂ ਘਪਲਾ ਕੀਤਾ ਗਿਆ? ਸਭ ਤੋਂ ਪਹਿਲਾਂ ਤਾਂ ਇਹ ਪੁੱਛਾਂਗੇ ਕਿ ਨਹੀਂ, ਰੈਂਤੀ ਇਹ ਪਾਰਟੀ ਦਾ ਨਾਮ ਲਿੱਤਾ ਜਾ ਰਿਹਾ ਕਾਂਗਰਸੀ। ਦੇਖੋ ਇਹ ਤਾਂ ਜਿਨ੍ਹਾਂ ਦੀਆਂ ਸਰਕਾਰਾਂ ਸੀ ਪਹਿਲਾਂ ਨਾਂ ਲੈਣ ਦੀ ਲੋੜ ਹੀ ਨਹੀਂ, ਉਹਨਾਂ ਦੀ ਅਗਵਾਈ 'ਚ ਸਾਰੇ ਘਪਲੇ ਹੋਏ ਆ। ਅਸੀਂ ਸਾਰੇ ਘਪਲਿਆਂ ਦੀ ਜਾਂਚ ਕਰ ਰਹੇ ਹਾਂ। ਸਾਨੂੰ ਇਹ ਆ ਕਿ ਕੇਂਦਰ ਸਰਕਾਰ ਦਾ ਪੈਸਾ ਜਿਹੜਾ ਸਾਡਾ ਪੈਸਾ, ਜਿਹੜਾ ਲੋਕਾਂ ਦਾ ਪੈਸਾ, GST ਦਾ ਪੈਸਾ, ਸਾਡੇ ਟੈਕਸ ਦਾ ਪੈਸਾ, ਉਹਦੀ ਦੁਰਵਰਤੋਂ ਨਾ ਹੋਵੇ, ਕੋਈ ਬੰਦਾ ਉਹਦਾ ਨਜਾਇਜ਼ ਫਾਇਦਾ ਨਾ ਲਵੇ, ਕੋਈ ਅਧਿਕਾਰੀ ਉਹ 'ਚ ਕੋਈ ਮਤਲਬ ਕਰਪਸ਼ਨ ਨਾ ਕਰੇ, ਗੜਬੜ ਕਰਕੇ ਆਪਣਾ ਉਹ ਘਰ ਨਾ ਭਰੇ, ਉਹਨੂੰ ਆਪਾਂ ਡੱਕਣਾ। ਸੋ ਉਹਦੇ ਵਾਸਤੇ ਇਨਕੁਆਇਰੀ ਜਿਹੜੀ ਆ 2 ਹਫ਼ਤੇ 'ਚ ਕੰਪਲੀਟ। ਧਰਮਾ ਸਾਹਿਬ ਲੱਗਦਾ ਕਿ 44 ਮਰਲੇ ਭਗਤੂਪੁਰਾ ਪਿੰਡ ਦੇ ਵਿੱਚ 44 ਮਰਲੇ 44 ਕਨਾਲ 16 ਮਰਲੇ ਜਿਹੜੇ ਆ ਉਹ ਦਬਾਏ ਗਏ ਨੇ, ਉਹਦਾ ਮਾਮਲਾ ਸਾਹਮਣੇ ਆ। ਉਹਦੇ ਵਾਸਤੇ ਕੀ ਕੀਤਾ ਜਾਵੇ? ਉਹਦੀ ਇਨਕੁਆਇਰੀ ਕੰਪਲੀਟ ਹੋ ਗਈ, ਕੱਲ ਜਨਤਕ ਹੋ ਰਹੀ। ਇਹ ਜਿਹੜਾ ਪੂਰਾ ਮਾਮਲਾ ਹੋਇਆ ਹੈ ਕਿ ਸ਼ਿਕਾਇਤ ਇਸ ਗੱਲ ਦੀ ਪ੍ਰਾਪਤ ਹੋਈ ਹੈ ਕਿ ਕੁਝ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਨ੍ਹਾਂ ਦੀ ਜ਼ਮੀਨ ਪੈੜੀ ਇਹਦੇ ਵਿੱਚ ਆਂਦੀ ਹੈਗੀ ਹੈ, ਜਿਹੜੀ ਐਕਸਪ੍ਰੈਸਵੇ ਬਣ ਰਹੀ ਹੈ, ਉਹਨਾਂ ਨੇ ਸਾਂਝਬਾਜ਼ ਕਰਕੇ ਕੁਝ ਕਰਮਚਾਰੀਆਂ ਤੇ ਅਫਸਰਾਂ ਦੇ ਨਾਲ ਜਿਹੜਾ ਮੁਆਵਜ਼ੇ ਦੀ ਰਕਮ ਹੈ ਉਹਨੂੰ ਕਈ ਗੁਣਾ ਜਿਹੜਾ ਹੈ ਵਧਾ ਲਿਆ। ਜਿਹੜੀ ਐਲੀਗੇਸ਼ਨ ਲੱਗੇ ਉਹ ਇਹ ਲੱਗੇ ਕਿ ਵੀ ਜਿਹੜੀ ਵਾਹੀਯੋਗ ਜ਼ਮੀਨ ਸੀ, ਵਾਹੀਯੋਗ ਜ਼ਮੀਨ ਨੂੰ ਕਮਰਸ਼ੀਅਲ ਦਿਖਾ ਕੇ ਉਹਦੇ ਤੇ ਵੱਧ ਮੁਆਵਜ਼ਾ ਕਲੇਮ ਕੀਤਾ ਗਿਆ, ਵੱਧ ਮੁਆਵਜ਼ਾ ਲਿੱਤਾ ਗਿਆ ਹੈਗਾ। ਇਹਦੇ ਬਾਰੇ ਜਿਹੜੀ ਹੈ ਇਨਕੁਆਇਰੀ ਅਸੀਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਜੀ ਨੂੰ ਮੇਰੇ ਵੱਲੋਂ ਮਾਰਕ ਕੀਤੀ ਹੋਈ ਹੈਗੀ ਹੈ। ਇਹ ਸਾਡੇ ਹੁਣ ਦੇਖਣ ਵਿੱਚ ਆਇਆ ਜੀ, ਇਹ ਪੂਰੇ ਪ੍ਰੋਜੈਕਟ ਵਿੱਚ ਹੀ ਬਹੁਤ ਸਾਰੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਇਹਨਾਂ 'ਚੋਂ ਕੁਝ ਕੰਪਲੀਟ ਵੀ ਹੋ ਚੁੱਕੀਆਂ ਨੇ ਇਨਕੁਆਇਰੀਆਂ ਤੇ ਉਹਨਾਂ ਦੀ ਅਸੀਂ ਬੜੀ ਛੇਤੀ ਜਨਤਕ ਕਰਾਂਗੇ ਜੋ ਰਿਪੋਰਟਾਂ ਆਈਆਂ ਹੈਗੀਆਂ। ਤੇ ਕੁਝ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਉਹ ਹੁਣ ਅਸੀਂ 2 ਹਫ਼ਤੇ ਦਾ ਟਾਈਮ ਮੈਂ AD ਸਾਹਿਬ ਨੂੰ ਦਿੱਤਾ, ਜਿਹੜੀਆਂ ਉਹਨਾਂ ਕੋਲ ਪੈਂਡਿੰਗ ਹੈਗੀਆਂ ਨੇ ਵੀ ਉਹਨਾਂ ਨੂੰ ਕੰਪਲੀਟ ਕੀਤਾ ਜਾਵੇ। ਇਹਦੇ ਵਿੱਚ ਇਨਕੁਆਇਰੀ ਉਪਰੰਤ ਜਿਹਦੇ ਵੀ ਖਿਲਾਫ ਨਿਕਲ ਕੇ ਆਊਗਾ, ਚਾਹੇ ਉਹ ਸਾਡਾ ਕਿਸਾਨ ਹੋਵੇ, ਚਾਹੇ ਕਰਮਚਾਰੀ ਹੋਣ, ਚਾਹੇ ਅਫਸਰ ਹੋਣ, ਜਿਨ੍ਹਾਂ ਦੇ ਵੀ ਖਿਲਾਫ ਆਊਗਾ ਅਸੀਂ ਜਿਹੜੀ ਬਣਦੀ ਕਾਰਵਾਈ ਕਰਾਂਗੇ। ਅੱਜ ਪੰਜਾਬ ਪੁਲਿਸ ਨੇ 3 ਪੁਲਿਸ ਆਫੀਸਰਸ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਹੈ ਆਰਟੀਕਲ 311 ਦੇ ਵਿੱਚ in light of directions from the chief minister on zero tolerance towards corruption। ਇਹ 3 ਪੁਲਿਸ ਅਫਸਰ ਫਿਰੋਜ਼ਪੁਰ ਡਿਸਟ੍ਰਿਕਟ ਦੇ ਸੀਗੇ। ਇਹਨਾਂ ਨੇ 2 ਲੋਕਾਂ ਨੂੰ ਫਾਲਸਲੀ ਇੰਪਲੀਕੇਟ ਕੀਤਾ ਸੀ ਇਨ ਐਨ NDPS ਡਰੱਗ ਕੇਸ ਤੇ ਉਹਨਾਂ ਤੋਂ ਹਿਊਜ ਅਮਾਉਂਟ ਆਫ ਮਨੀ ਐਕਸਟੋਰਟ ਕੀਤਾ ਸੀ। ਇਹ ਮੈਂ ਸਾਰਿਆਂ ਨੂੰ ਕਲੀਅਰ ਕਰਨਾ ਚਾਹੁੰਦਾ, ਸੁਚੇਤ ਕਰਨਾ ਚਾਹੁੰਦਾ ਮੈਂ ਪੰਜਾਬ ਪੁਲਿਸ ਦੇ ਸਾਰੇ ਅਫਸਰਾਂ ਨੂੰ ਕਿ ਤੁਹਾਡੇ ਗੁੱਡ ਵਰਕ ਦੀ ਸਲਾਖਾ ਹੋਊਗੀ, ਸ਼ਿਫਟ ਹੋਊਗੀ, ਅਸੀਂ ਸਪੋਰਟ ਕਰਾਂਗੇ, ਬਟ ਬਲੈਕ ਸ਼ੀਪ ਵਿਲ ਨਾਟ ਬੀ ਟੋਲਰੇਟਡ ਇਨ ਦਾ ਪੁਲਿਸ ਡਿਪਾਰਟਮੈਂਟ। ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜਿੱਥੇ ਕਿਤੇ ਕਰਪਸ਼ਨ ਦੀ ਡਿਮਾਂਡ ਆਂਦੀ ਹੈ ਤੁਸੀਂ ਸਾਨੂੰ ਇਤਲਾ ਦਿਓ, ਸਟ੍ਰਿਕਟ ਐਕਸ਼ਨ ਵਿਲ ਬੀ ਟੇਕਨ। ਤੇ ਇਹ ਪੰਜਾਬ ਚੀਫ ਮਿਨਿਸਟਰ ਦੀ ਕਲੀਅਰ ਕਮਿਟਮੈਂਟ ਹੈਗੀ ਟੁਵਰਡਸ ਮੇਨਟੇਨਿੰਗ ਜ਼ੀਰੋ ਟੋਲਰੈਂਸ